ਮੰਗ ਪੱਤਰ ਹੀ ਦੇਣ ਜਾ ਰਹੇ ਸੀ, ਕੋਈ ਰੋਸ ਪ੍ਰਦਰਸ਼ਨ ਨਹੀਂ ਕਰਨ ਜਾ ਰਹੇ ਸੀ, ਕੋਈ ਵਿਖਾਵਾ ਨਹੀਂ ਕਰਨ ਜਾ ਰਹੇ ਸੀ ਤੇ ਫਿਰ ਉਹਨਾਂ ਨੂੰ ਗ੍ਰਿਫਤਾਰ ਕਿਉਂ ਕਰ ਲਿਆ? ਇਹ ਤਾਂ ਬੀਜੇਪੀ ਦੀ ਸਰਕਾਰ ਹੈਗੀ ਹੈ। ਬੀਜੇਪੀ ਦੇ ਧੱਕੇ ਕਰਦੀ ਹੈ, ਜਿੱਥੇ ਵੀ ਆਪਣਾ ਉਹਨੂੰ ਦਿਸਦਾ ਵੀ ਸਾਡੇ ਹੁਣ ਇੱਥੋਂ ਆਪਣਾ ਜ਼ਮੀਨ ਖਿਸਕਣ ਡਈ ਆ ਤੇ ਉਹਨਾਂ ਨੇ ਤਾਂ ਆਪਣਾ ਧੱਕੇ ਕਰਨੇ ਹੀ ਕਰਨੇ ਆ। ਟੋਲ ਪਲਾਜ਼ਾ ਬੰਦ ਕੀਤੇ ਗਏ, ਕਰਨਾਟਕਾ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਨੇ। ਕੀ ਸਮੇਂ ਦੇ ਕਾਰਨ ਕੀ ਹੈ ਕਿ ਸਰਕਾਰ ਇਨਸਿਕਿਉਰ ਮਹਿਸੂਸ ਕਰ ਰਹੀ ਹੈ ਆਪਣੇ ਆਪ? ਦੇਖੋ, ਸਰਕਾਰ ਜਿਹੜੀ ਉਹ ਘਬਰਾਹਟ 'ਚ ਆ ਕੇ ਇਹਨਾਂ ਨੂੰ ਅਰੈਸਟ ਕੀਤਾ ਗਿਆ, ਕਿਉਂਕਿ ਇਹ ਤਾਂ ਸ਼ਾਂਤਮਈ ਜਿਹੜਾ ਵਾ ਉਹ ਮੰਗ ਪੱਤਰ ਦੇਣ ਜਾ ਰਹੇ ਸੀਗੇ, ਕਿਉਂਕਿ ਉੱਥੋਂ ਦੀ ਜਿਹੜੀ 10 ਲੱਖ ਏਕੜ ਦੇ ਕਰੀਬ ਫਸਲ ਜਿਹੜੀ ਨਸ਼ਟ ਹੋ ਗਈ ਸੀ, ਜਿਹਦੇ ਮੁਆਵਜ਼ੇ ਵਾਸਤੇ ਜਿਹੜਾ ਵਾ ਕਿਸਾਨ ਆਗੂਆਂ ਨੇ ਇਹ ਮੰਗ ਪੱਤਰ ਜਿਹੜਾ ਵਾ ਦੇਣ ਜਾਣਾ ਸੀਗਾ, ਜਿਨ੍ਹਾਂ ਨੂੰ ਰਸਤੇ ਦੇ ਵਿੱਚ ਹੀ ਅਰੈਸਟ ਕਰ ਲਿਆ ਗਿਆ। ਇਹ ਸਰਕਾਰ ਦਾ ਜਿਹੜਾ ਵਾ ਬੀਜੇਪੀ ਸਰਕਾਰ ਦਾ ਜਿਹੜਾ ਉਹ ਸਮਝ ਲਓ ਕਿ ਇੰਨੀ ਕੁ ਡਰੀ ਹੋਈ ਆ ਕਿ ਇਹਨਾਂ ਨੂੰ ਬਿਨਾਂ ਵਜ੍ਹਾ ਤੋਂ ਅਰੈਸਟ ਕੀਤਾ। ਸਰਕਾਰ ਨੂੰ ਇਹਨੂੰ ਬੀਜੇਪੀ ਸਰਕਾਰ ਨੂੰ ਤਾਂ ਘੱਟ ਤੋਂ ਘੱਟ ਪੂਰਾ ਪਤਾ ਹੈਗਾ ਕਿ ਕਿਸਾਨ ਇੰਨਾ ਸ਼ਾਂਤਮਈ ਰਹਿੰਦੇ ਜੇ ਇੱਕ ਸਾਲ ਜਿਹੜਾ ਵਾ ਉਹ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ। ਉਸ ਤੋਂ ਬਿਨਾਂ ਵੀ ਸਾਰੇ ਪੂਰੇ ਭਾਰਤ ਦੇ ਵਿੱਚ ਜਿਹੜਾ ਵਾ ਉਹ ਰੋਸ ਵਿਖਾਵੇ ਵੀ ਹੁੰਦੇ, ਸਭ ਕੁਝ ਚੱਲਦਾ ਰਿਹਾ। ਕਦੀ ਵੀ ਜਿਹੜਾ ਵਾ ਉਹ ਲੜਬਾਜੀ ਜਾਂ ਕਿਸੇ ਤਰ੍ਹਾਂ ਦੀ ਕਿਸਾਨਾਂ ਨੇ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਕਿ ਜਿਹੜਾ ਸਰਕਾਰ ਨੂੰ ਇਹੋ ਜਿਹਾ ਬਹਾਨਾ ਬਣਾਉਣਾ ਪਏ ਕਿ ਇਹਨਾਂ ਨੂੰ ਅਰੈਸਟ ਕਰਨ ਲਈ, ਕਿਉਂਕਿ ਇੰਨਾ ਸ਼ਾਂਤਮਈ ਰਹਿੰਦੇ ਆ ਕਿ ਕੋਈ ਇਹਨਾਂ ਕੋਲੇ ਕੋਈ ਬਹਾਨਾ ਹੋਣਾ ਨਹੀਂ ਚਾਹੀਦਾ ਸਰਕਾਰ ਕੋਲੇ। ਪਰ ਫਿਰ ਵੀ ਸਰਕਾਰ ਡਰਦੀ ਹੈ ਤੇ ਫਿਰ ਸਰਕਾਰ ਦਾ ਕੋਈ ਹੱਲ ਨਹੀਂ ਹੈਗਾ, ਕਿਉਂਕਿ ਫਿਰ ਇਹਨਾਂ ਨੂੰ ਸਰਕਾਰ ਹੀ ਛੱਡ ਦੇਣੀ ਚਾਹੀਦੀ। ਅਸੀਂ ਤਾਂ ਕਹਿੰਦੇ ਜੇ ਚਲਾਉਣ ਦੇ ਲਾਇਕ ਹੀ ਨਹੀਂ ਹੈਗੇ। ਬੜੀ ਸ਼ਰਮ ਦੀ ਗੱਲ ਹੈ ਕਿ ਆਗੂਆਂ ਦੇ ਜਿਹੜੇ ਮੋਬਾਈਲ ਲੈਣੇ, ਕਿਉਂਕਿ ਆਗੂਆਂ ਨੇ ਕਿਸੇ ਨੂੰ ਜਿਹੜਾ, ਕਿਉਂਕਿ ਖਬਰਾਂ ਤੇ ਵੈਸੇ ਵੀ ਸਾਨੂੰ ਮਿਲ ਹੀ ਜਾਣੀਆਂ ਸੀਗੀਆਂ, ਜੇ ਉਹਨਾਂ ਨੇ ਫੋਨ ਕਰਕੇ ਲੋਕਲ ਕਿਸੇ ਨੂੰ ਦੱਸਿਆ ਨਹੀਂ ਹੈ, ਕਿਉਂਕਿ ਫੋਨ ਉਹਨਾਂ ਨੂੰ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਸਰਕਾਰ ਵੱਲੋਂ। ਫਿਰ ਵੀ ਸਾਡੇ ਤੱਕ ਗੱਲ ਪਹੁੰਚੀ ਔਰ ਪੂਰੇ ਭਾਰਤ ਦੇ ਵਿੱਚ ਜਿਹੜਾ ਵਾ ਜਿੱਥੇ ਵੀ ਜਥੇਬੰਦੀਆਂ ਦਾ ਜਿਹੜਾ ਹੈਗਾ ਸੀਗਾ, ਉਹਨਾਂ ਨੇ ਸਭ ਨੇ ਬੰਦ ਕੀਤਾ, ਟੋਲ ਪਲਾਜ਼ੇ ਬੰਦ ਕੀਤੇ ਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ ਕੱਲ ਤੋਂ ਜਿਹੜਾ ਵਾ ਹੁਣ ਤੋਂ ਹੀ ਵਿਚਾਰ ਹੋਣ ਲੱਗੀ ਆ ਕਿ ਜੇ ਸਵੇਰ ਤੱਕ ਨਾ ਛੱਡਿਆ ਤੇ ਸਵੇਰੇ ਸ਼ਾਇਦ ਟ੍ਰੇਨਾਂ ਦਾ ਵੀ ਜਿਹੜਾ ਪ੍ਰੋਗਰਾਮ ਜਥੇਬੰਦੀਆਂ ਆਪਣੇ ਤੌਰ ਤੇ ਲੈ ਸਕਦੀਆਂ। ਔਰ ਇਹ ਜਿਹੜਾ ਵਾ ਉਹ ਸਰਕਾਰ ਨੂੰ ਬਹੁਤ ਮਹਿੰਗਾ ਪਊਗਾ ਇਹਨਾਂ ਨੂੰ ਅਰੈਸਟ ਕਰਨਾ। ਔਰ ਜੇ ਸ਼ਾਮ ਤੱਕ ਨਹੀਂ ਛੱਡਦੇ ਤੇ ਫਿਰ ਸਰਕਾਰ ਨੂੰ ਸਵੇਰ ਤੋਂ ਜਿਹੜਾ ਫਿਰ ਅੱਗੇ ਵਾਲਾ ਹੀ ਕੰਮ ਜਿਹੜਾ ਵਾ ਇਹਨਾਂ ਨੂੰ ਮਾਫੀਆਂ ਵੀ ਮੰਗਣੀਆਂ ਪੈਣਗੀਆਂ ਔਰ ਰਿਹਾ ਵੀ ਕਰਨਾ ਪਊ। ਪੂਰਾ ਦੇਸ਼ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਚੱਲ ਰਿਹਾ ਹੈ। ਕਰਨਾਟਕਾ ਦੇ ਵਿੱਚ ਵੀ ਫਸਲਾਂ ਦਾ ਕਾਫੀ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਹੈ। ਇਸ ਨੁਕਸਾਨ ਦੀ ਭਰਪਾਈ ਵਾਸਤੇ ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਇੱਕ ਰੋਸ ਮਾਰਚ ਵਿਧਾਨ ਸਭਾ ਵੱਲ ਕੱਢਿਆ ਜਾ ਰਿਹਾ ਸੀ, ਜਿਸ ਨੂੰ ਕਿ ਉੱਥੋਂ ਦੀ ਬੀਜੇਪੀ ਸਰਕਾਰ ਵੱਲੋਂ ਰੋਕ ਕੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ। ਅੰਮ੍ਰਿਤਸਰ ਦੇ ਮਾਨਾਵਾਲਾ ਟੋਲ ਪਲਾਜ਼ਾ ਤੇ ਅਸੀਂ ਅੱਜ ਖੜੇ ਹਾਂ, ਜਿੱਥੇ ਕਿ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਟੋਲ ਪਲਾਜ਼ਾ ਨੂੰ ਜਿਹੜਾ ਹੈ ਬੰਦ ਕਰਵਾ ਦਿੱਤਾ ਗਿਆ ਹੈ ਤੇ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਜਿਹੜੀਆਂ ਫ੍ਰੀ ਜਾ ਰਹੀਆਂ ਹਨ ਔਰ ਕੋਈ ਵੀ ਟੋਲ ਪਲਾਜ਼ਾ ਜਿਹੜਾ ਨਹੀਂ ਵਸੂਲਿਆ ਜਾ ਰਿਹਾ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਇੱਥੇ ਖੜੇ ਨੇ, ਉਹਨਾਂ ਨਾਲ ਗੱਲਬਾਤ ਕਰਕੇ ਜਾਣ ਲੈਂਦੇ ਹਾਂ ਕਿ ਕੀ ਹੈ ਸਾਰਾ ਮਾਮਲਾ ਤੇ ਕਿੱਥੇ-ਕਿੱਥੇ ਟੋਲ ਪਲਾਜ਼ਾ ਜਿਹੜੇ ਨੇ ਉਹ ਬੰਦ ਕਰਾਏ ਗਏ ਹਨ। ਆਓ ਜਾਣਦੇ ਹਾਂ ਉਹਨਾਂ ਨਾਲ ਗੱਲਬਾਤ ਕਰਕੇ। ਸੋ ਗੱਲਬਾਤ ਕਰਕੇ ਜਾਣਦੇ ਹਾਂ ਜੀ। ਕਿਸਾਨ ਆਗੂ ਸਾਡੇ ਨਾਲ ਖੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭਾਈ। ਸਤਿ ਸ਼੍ਰੀ ਅਕਾਲ ਜੀ। ਅੱਜ ਇਹ ਕੀ ਟੋਲ ਪਲਾਜ਼ਾ ਕਿਉਂ ਰੋਕਿਆ ਗਿਆ ਜੀ? ਕਿੱਥੇ-ਕਿੱਥੇ ਰੋਕਿਆ ਗਿਆ ਤੇ ਕੀ ਕਾਰਨ ਹੈ? ਵੀ ਜੀ ਸਾਡੇ ਆਪਣਾ ਬੰਗਲੌਰ ਦੇ ਵਿੱਚ ਸਾਡੇ ਵੱਡੇ ਲੀਡਰ ਜਿਹੜੇ ਪੰਜਾਬ ਦੇ ਸਾਰੇ ਗੈਰ ਸਿਆਸੀ ਆਪਣਾ ਜਥੇਬੰਦੀਆਂ ਦੇ ਆਪਣਾ ਲੀਡਰ ਸੀ, ਉਹ ਸਾਰੇ ਮੰਗ ਪੱਤਰ ਦੇਣ ਜਾਣ ਰਹੇ ਸੀ ਰਾਜਪਾਲ ਨੂੰ ਜੀ। ਸ਼ਾਂਤਮਈ ਢੰਗ ਨਾਲ ਜਾਣ ਰਹੇ ਸੀ, ਉਹਨਾਂ ਨੂੰ ਉੱਥੇ ਜਾਣ ਤੋਂ ਰੋਕ ਕੇ ਤੇ ਅਰੈਸਟ ਕਰਕੇ ਪਤਾ ਨਹੀਂ ਹੁਣ ਕਿ ਜੀ ਆ ਲੈ ਗਏ। ਉਹਨਾਂ ਕੋਲ ਮੋਬਾਈਲ ਫੋਨ ਤੱਕ ਖੋਲੇ ਗਏ ਆ। ਕਿਉਂ, ਕਿਸ ਤਰ੍ਹਾਂ ਸਮਝਦੇ ਹੋ ਕਿਉਂ? ਮਤਲਬ ਕਿਉਂਕਿ ਉਹ ਤਾਂ ਇੱਕ ਸ਼ਾਇਦ ਮੰਗ ਪੱਤਰ ਹੀ ਦੇਣ ਜਾ ਰਹੇ ਸੀ, ਕੋਈ ਰੋਸ ਪ੍ਰਦਰਸ਼ਨ ਨਹੀਂ ਕਰਨ ਜਾ ਰਹੇ ਸੀ, ਕੋਈ ਵਿਖਾਵਾ ਨਹੀਂ ਕਰਨ ਜਾ ਰਹੇ ਸੀ ਤੇ ਫਿਰ ਉਹਨਾਂ ਨੂੰ ਗ੍ਰਿਫਤਾਰ ਕਿਉਂ ਕਰ ਲਿਆ? ਇਹ ਤਾਂ ਬੀਜੇਪੀ ਦੀ ਸਰਕਾਰ ਹੈਗੀ ਹੈ। ਬੀਜੇਪੀ ਦੇ ਧੱਕੇ ਕਰਦੀ ਹੈ, ਜਿੱਥੇ ਵੀ ਆਪਣਾ ਉਹਨੂੰ ਦਿਸਦਾ ਵੀ ਸਾਡੇ ਹੁਣ ਇੱਥੋਂ ਆਪਣਾ ਜ਼ਮੀਨ ਖਿਸਕਣ ਡਈ ਆ ਤੇ ਉਹਨਾਂ ਨੇ ਤਾਂ ਆਪਣਾ ਧੱਕੇ ਕਰਨੇ ਹੀ ਕਰਨੇ ਆ। ਨਹੀਂ, ਪਹਿਲੇ ਵੀ ਅਜ਼ਮਾ ਕੇ ਦੇਖ ਚੁੱਕੀ ਹੈ ਵੀ ਬੀਜੇਪੀ ਨੂੰ ਸਫਲਤਾ ਨਹੀਂ ਮਿਲੀ। ਆਖਰ ਜਿਹੜੇ ਕਾਨੂੰਨ ਵਾਪਸ ਲੈਣੇ ਪਏ, ਫਿਰ ਕਿਸਾਨਾਂ ਨੂੰ ਗ੍ਰਿਫਤਾਰੀ ਕਰਨ ਦੀ ਕੀ ਜ਼ਰੂਰਤ ਪੈ ਗਈ? ਤੁਸੀਂ ਕੀ ਸਮਝਦੇ ਹੋ ਕਿਉਂ ਗ੍ਰਿਫਤਾਰ ਕੀਤਾ? ਇਹ ਤਾਂ ਹੁਣ ਸਰਕਾਰ ਦੀ ਅਸੀਂ ਨੀਤੀ ਦਾ ਕੀ ਕਰਾਂ। ਅਸੀਂ ਤਾਂ ਆਪਣਾ ਉਹਨਾਂ ਜਿਹਾ ਸੰਘਰਸ਼ ਰੱਖਾਂਗੇ ਜਿੰਨਾ ਅਜੇ ਤੱਕ ਸਾਡੇ ਆਗੂ ਫਿਰ ਰਿਹਾ ਨਹੀਂ ਹੁੰਦੇ। ਕਦੋਂ ਦੇ ਟੋਲ ਪਲਾਜ਼ਾ ਬੰਦ ਕਰਾਏ ਗਏ? ਇਹ ਤਾਂ ਆਪਣਾ ਕੋਈ 3 ਵਜੇ ਦੇ ਕਰਾਏ, 3 ਵਜੇ ਨਾਲ ਤੇ ਹੁਣ ਇਹ ਕਦੋਂ ਤੱਕ ਜਿਹੜੇ ਬੰਦ ਰਹਿਣਗੇ? ਇਹ ਜਿੰਨਾ ਅਜੇ ਤੱਕ ਸਾਡੇ ਆਗੂ ਰਿਹਾ ਨਹੀਂ ਹੁੰਦੇ ਜੀ। ਹਾਂਜੀ। ਸੋ ਸਾਡੇ ਨਾਲ ਹੋਰ ਵੀ ਕੁਝ ਇੱਥੇ ਜਿਹੜੇ ਆਗੂ ਕਿਸਾਨ ਆਗੂ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਹੈ ਇਹ ਮੁਹਿੰਮ ਚੱਲੇਗੀ ਅੱਗੇ ਤੇ ਕਿਸ ਤਰ੍ਹਾਂ ਗੱਲਬਾਤ ਹੋਏਗੀ ਤੇ ਅੱਗੇ ਕਿਸ ਤਰ੍ਹਾਂ ਜਿਹੜਾ ਇਹਨਾਂ ਨੇ ਟੋਲ ਪਲਾਜ਼ਾ ਜਿਹੜਾ ਕਿੰਨੀ ਦੇਰ ਤੱਕ ਬੰਦ ਰਹਿਣਗੇ। ਹਾਂਜੀ, ਕੀ ਨਾਮ ਭਾਜੀ ਤੁਹਾਡਾ? ਮਹਿਤਾਬ ਸਿੰਘ ਸਿਰਸਾ। ਹਾਂਜੀ ਮਹਿਤਾਬ ਜੀ, ਅੱਜ ਜਿਹੜਾ ਟੋਲ ਪਲਾਜ਼ਾ ਬੰਦ ਕੀਤੇ ਗਏ ਕਰਨਾਟਕਾ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਨੇ, ਕੀ ਸਮੇਂ ਦੇ ਕਾਰਨ ਕੀ ਹੈ ਕਿ ਸਰਕਾਰ ਇਨਸਿਕਿਉਰ ਮਹਿਸੂਸ ਕਰ ਰਹੀ ਹੈ ਆਪਣੇ ਆਪ? ਦੇਖੋ, ਸਰਕਾਰ ਜਿਹੜੀ ਉਹ ਘਬਰਾਹਟ 'ਚ ਆ ਕੇ ਇਹਨਾਂ ਨੂੰ ਅਰੈਸਟ ਕੀਤਾ ਗਿਆ, ਕਿਉਂਕਿ ਇਹ ਤਾਂ ਸ਼ਾਂਤਮਈ ਜਿਹੜਾ ਵਾ ਉਹ ਮੰਗ ਪੱਤਰ ਦੇਣ ਜਾ ਰਹੇ ਸੀਗੇ, ਕਿਉਂਕਿ ਉੱਥੋਂ ਦੀ ਜਿਹੜੀ 10 ਲੱਖ ਏਕੜ ਦੇ ਕਰੀਬ ਫਸਲ ਜਿਹੜੀ ਨਸ਼ਟ ਹੋ ਗਈ ਸੀ,
ਜਿਹਦੇ ਮੁਆਵਜ਼ੇ ਵਾਸਤੇ ਜਿਹੜਾ ਵਾ ਕਿਸਾਨ ਆਗੂਆਂ ਨੇ ਇਹ ਮੰਗ ਪੱਤਰ ਜਿਹੜਾ ਵਾ ਉਹ ਦੇਣ ਜਾਣਾ ਸੀਗਾ, ਜਿਨ੍ਹਾਂ ਨੂੰ ਰਸਤੇ ਦੇ ਵਿੱਚ ਅਰੈਸਟ ਕਰ ਲਿਆ ਗਿਆ। ਇਹ ਸਰਕਾਰ ਦਾ ਜਿਹੜਾ ਵਾ ਬੀਜੇਪੀ ਸਰਕਾਰ ਦਾ ਜਿਹੜਾ ਉਹ ਸਮਝ ਲਓ ਕਿ ਇੰਨੀ ਕੁ ਡਰੀ ਹੋਈ ਆ ਕਿ ਇਹਨਾਂ ਨੂੰ ਬਿਨਾਂ ਵਜ੍ਹਾ ਤੋਂ ਅਰੈਸਟ ਕੀਤਾ। ਮੈਂ ਉਹੀ ਮੈਂ ਗੱਲ ਕਰਨਾ ਚਾਹ ਰਿਹਾ ਵੀ ਕਿਉਂਕਿ ਪਹਿਲੇ ਵੀ 3 ਕਾਨੂੰਨ ਜਿਹੜੇ ਉਹ ਵਾਪਸ ਲੈਣੇ ਪਏ ਸਰਕਾਰ ਨੂੰ। ਕਿਤੇ ਇਸ ਤਰ੍ਹਾਂ ਤੇ ਨਹੀਂ ਲੱਗਦਾ ਸਰਕਾਰ ਨੂੰ ਕਿ ਆ ਜਾਣਗੇ ਤੇ ਮਤਲਬ ਜ਼ਿਆਦਾ ਹੰਗਾਮਾ ਕਰਨਗੇ ਜਾਂ ਇਹਨਾਂ ਦੀ ਤਾਕਤ ਵੱਧ ਜਾਏਗੀ, ਸਾਨੂੰ ਝੁਕਣਾ ਪਏਗਾ, ਜਾਂ ਪਹਿਲੇ ਹੀ ਜਿਹੜਾ ਬਹੁਤ ਜ਼ਿਆਦਾ ਫੂਕ ਕੇ ਕਦਮ ਰੱਖ ਰਹੇ ਤੇ ਪਹਿਲੇ ਹੀ ਉਹਨਾਂ ਨੇ ਰੋਕ ਦਿੱਤਾ, ਉੱਥੇ ਆਣ ਨਹੀਂ ਦਿੱਤਾ। ਦੇਖੋ ਸਰਕਾਰ ਨੂੰ, ਇਹਨੂੰ ਬੀਜੇਪੀ ਸਰਕਾਰ ਨੂੰ ਤੇ ਘੱਟ ਤੋਂ ਘੱਟ ਪੂਰਾ ਪਤਾ ਹੈਗਾ ਕਿ ਕਿਸਾਨ ਇੰਨਾ ਸ਼ਾਂਤਮਈ ਰਹਿੰਦੇ ਜੇ 1 ਸਾਲ ਜਿਹੜਾ ਵਾ ਉਹ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ। ਉਸ ਤੋਂ ਬਿਨਾਂ ਵੀ ਸਾਰੇ ਪੂਰੇ ਭਾਰਤ ਦੇ ਵਿੱਚ ਜਿਹੜਾ ਵਾ ਉਹ ਰੋਸ ਵਿਖਾਵੇ ਵੀ ਹੁੰਦੇ, ਸਭ ਕੁਝ ਚੱਲਦਾ ਰਿਹਾ। ਕਦੀ ਵੀ ਜਿਹੜਾ ਵਾ ਉਹ ਹੁੱਲੜਬਾਜੀ ਜਾਂ ਕਿਸੇ ਤਰ੍ਹਾਂ ਦੀ ਕਿਸਾਨਾਂ ਨੇ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਕਿ ਜਿਹੜਾ ਸਰਕਾਰ ਨੂੰ ਇਹੋ ਜਿਹਾ ਬਹਾਨਾ ਬਣਾਉਣਾ ਪਏ ਕਿ ਇਹਨਾਂ ਨੂੰ ਅਰੈਸਟ ਕਰਨ ਲਈ, ਕਿਉਂਕਿ ਇੰਨਾ ਸ਼ਾਂਤਮਈ ਰਹਿੰਦੇ ਆ ਕਿ ਕੋਈ ਇਹਨਾਂ ਕੋਲੇ ਕੋਈ ਬਹਾਨਾ ਹੋਣਾ ਨਹੀਂ ਚਾਹੀਦਾ ਸਰਕਾਰ ਕੋਲੇ। ਪਰ ਫਿਰ ਵੀ ਸਰਕਾਰ ਡਰਦੀ ਹੈ ਤੇ ਫਿਰ ਸਰਕਾਰ ਦਾ ਕੋਈ ਹੱਲ ਨਹੀਂ ਹੈਗਾ, ਕਿਉਂਕਿ ਫਿਰ ਇਹਨਾਂ ਨੂੰ ਸਰਕਾਰ ਹੀ ਛੱਡ ਦੇਣੀ ਚਾਹੀਦੀ। ਅਸੀਂ ਤਾਂ ਕਹਿੰਦੇ ਜੇ ਚਲਾਉਣ ਦੇ ਲਾਇਕ ਹੀ ਨਹੀਂ ਹੈਗੇ, ਕਿਉਂਕਿ ਇੰਨਾ ਡਰ ਚੰਗਾ ਨਹੀਂ ਹੁੰਦਾ। ਸਰਕਾਰ ਕੋਲ ਸਾਰੀਆਂ ਤਾਕਤਾਂ ਹੁੰਦੀਆਂ, ਕਿਉਂਕਿ ਕਿੰਨੇ ਆਗੂ ਸੀਗੇ, ਵੱਧ ਤੋਂ ਵੱਧ 200 ਹੋਣਗੇ ਜਾਂ 300 ਹੋਣਗੇ, ਇਸ ਤੋਂ ਵੱਧ ਤੇ ਹੋਣਗੇ ਨਹੀਂ। ਤੇ ਉੱਥੇ ਹਜ਼ਾਰਾਂ ਦੀ ਤਾਦਾਦ ਜਿਹੜੀ ਪੁਲਿਸ ਫੋਰਸ ਔਰ ਬਾਕੀ ਫੋਰਸਾਂ ਸੀਗੀਆਂ, ਉੱਥੇ ਕਿੱਦਾਂ ਹੁੱਲੜਬਾਜੀ ਜੇ ਕੋਈ ਕਰ ਸਕਦਾ। ਜੇ ਸਰਕਾਰ ਕੋਈ ਬਹਾਨਾ ਬਣਾਵੇ ਵੀ ਤੇ ਤਦ ਵੀ ਇਹਨਾਂ ਨੂੰ ਕੋਈ ਇਹੋ ਜਿਹੀ ਗੱਲ ਲੱਗਦੀ ਨਹੀਂ ਹੈ ਕਿ ਹੁੱਲੜਬਾਜੀ ਕੋਈ ਹੋ ਸਕਦੀ ਸੀ। ਨਹੀਂ, ਇਹ ਕਿਹਾ ਜਾ ਰਿਹਾ ਵੀ ਉੱਥੇ ਮੋਬਾਈਲ ਫੋਨਸ ਵੀ ਜਿਹੜੇ ਖੋਹ ਲਿੱਤੇ ਗਏ। ਮਤਲਬ ਇਸ ਤਰ੍ਹਾਂ ਇੰਨੀ ਕੁ ਘਬਰਾਹਟ ਕਾਹਦੀ ਹੈ ਮੋਬਾਈਲ ਫੋਨ ਤੇ, ਮਤਲਬ ਜਿਸ ਤਰ੍ਹਾਂ ਦੱਸ ਦੇਣਗੇ ਜਾਂ ਕਮਿਊਨੀਕੇਟ ਕਰ ਦੇਣਗੇ ਤੇ ਪੂਰੇ ਦੇਸ਼ ਵਿੱਚ ਜਾਂ ਪੂਰੇ ਸੁਨਾਹ ਤੇ ਹੁਣ ਵੀ ਪਹੁੰਚ ਹੀ ਗਿਆ। ਦੇਖੋ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਆਗੂਆਂ ਦੇ ਜਿਹੜੇ ਮੋਬਾਈਲ ਲੈਣੇ, ਕਿਉਂਕਿ ਆਗੂਆਂ ਨੇ ਕਿਸੇ ਨੂੰ ਜਿਹੜਾ, ਕਿਉਂਕਿ ਖਬਰਾਂ ਤੇ ਵੈਸੇ ਵੀ ਸਾਨੂੰ ਮਿਲ ਹੀ ਜਾਣੀਆਂ ਸੀਗੀਆਂ, ਜੇ ਉਹਨਾਂ ਨੇ ਫੋਨ ਕਰਕੇ ਲੋਕਲ ਕਿਸੇ ਨੂੰ ਦੱਸਿਆ ਨਹੀਂ ਹੈ, ਕਿਉਂਕਿ ਫੋਨ ਉਹਨਾਂ ਨੂੰ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਸਰਕਾਰ ਵੱਲੋਂ। ਪਰ ਫਿਰ ਵੀ ਸਾਡੇ ਤੱਕ ਗੱਲ ਪਹੁੰਚੀ ਔਰ ਪੂਰੇ ਭਾਰਤ ਦੇ ਵਿੱਚ ਜਿਹੜਾ ਵਾ ਜਿੱਥੇ ਵੀ ਜਥੇਬੰਦੀਆਂ ਦਾ ਜਿਹੜਾ ਹੈਗਾ ਸੀਗਾ, ਉਹਨਾਂ ਨੇ ਸਭ ਨੇ ਬੰਦ ਕੀਤਾ, ਟੋਲ ਪਲਾਜ਼ੇ ਬੰਦ ਕੀਤੇ ਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ ਕੱਲ ਤੋਂ ਜਿਹੜਾ ਵਾ ਹੁਣ ਤੋਂ ਹੀ ਵਿਚਾਰ ਹੋਣ ਲੱਗ ਗਈ ਆ ਕਿ ਜੇ ਸਵੇਰ ਤੱਕ ਨਾ ਛੱਡਿਆ ਤੇ ਸਵੇਰੇ ਸ਼ਾਇਦ ਟ੍ਰੇਨਾਂ ਦਾ ਵੀ ਜਿਹੜਾ ਪ੍ਰੋਗਰਾਮ ਜਥੇਬੰਦੀਆਂ ਆਪਣੇ ਤੌਰ ਤੇ ਲੈ ਸਕਦੀਆਂ। ਔਰ ਇਹ ਜਿਹੜਾ ਵਾ ਉਹ ਸਰਕਾਰ ਨੂੰ ਬਹੁਤ ਮਹਿੰਗਾ ਪਊਗਾ ਇਹਨਾਂ ਨੂੰ ਅਰੈਸਟ ਕਰਨਾ। ਔਰ ਜੇ ਸ਼ਾਮ ਤੱਕ ਨਹੀਂ ਛੱਡਦੇ ਤੇ ਫਿਰ ਸਰਕਾਰ ਨੂੰ ਸਵੇਰ ਤੋਂ ਜਿਹੜਾ ਫਿਰ ਅੱਗੇ ਵਾਲਾ ਹੀ ਕੰਮ ਜਿਹੜਾ ਵਾ ਇਹਨਾਂ ਨੂੰ ਮਾਫੀਆਂ ਵੀ ਮੰਗਣੀਆਂ ਪੈਣਗੀਆਂ ਔਰ ਰਿਹਾ ਵੀ ਕਰਨਾ ਪਊਗਾ। ਤੁਹਾਡੀ ਕਿਹਦੇ ਨਾਲ ਗੱਲ ਹੋਈ ਹੈ ਲੇਟੈਸਟ ਹੁਣ ਜਿਹੜੀ ਕਰਨਾਟਕਾ ਦੇ ਵਿੱਚ ਕਿਸ ਆਗੂ ਨਾਲ ਜਾਂ ਕਿਸ ਜਿਹੜੇ ਆ ਉਹਨਾਂ ਨਾਲ, ਕਿਸਾਨਾਂ ਨਾਲ ਗੱਲ ਹੋਈ ਹੈ ਉੱਥੇ ਕਿ ਕੀ ਹਾਲਾਤ ਨੇ ਉੱਥੇ ਇਸ ਵੇਲੇ? ਕੀ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਗਿਆ, ਨਜ਼ਰਬੰਦ ਕੀਤਾ ਗਿਆ ਜਾਂ ਕਿੱਥੇ ਰੱਖਿਆ ਗਿਆ? ਨਹੀਂ, ਉਹਨਾਂ ਨੂੰ ਜਿਹੜਾ ਫੋਨ ਤੇ ਕਿਸੇ ਨਾਲ ਸੰਪਰਕ ਨਹੀਂ ਹੋ ਰਿਹਾ, ਕਿਉਂਕਿ ਫੋਨ ਜਿਹੜਾ ਵਾ ਉਹਨਾਂ ਦੇ ਜਿਹੜਾ ਸਾਰੇ ਹੀ ਲੈ ਲਏ ਗਏ ਆ। ਔਰ ਉੱਥੇ ਸਿਰਫ ਸਾਡੇ ਜਿਹੜੇ ਲੋਕਲ ਜਿਹੜੇ ਉੱਥੇ ਹੈਗੇ ਸੀਗੇ ਕਿਸਾਨ ਜਿਹੜੇ ਸਮਰਥਕ ਸੀਗੇ, ਉਹਨਾਂ ਨਾਲ ਗੱਲ ਹੋ ਰਹੀ ਆ। ਔਰ ਆਗੂਆਂ ਨਾਲ ਕਿਸੇ ਨਾਲ ਕੋਈ ਗੱਲ ਨਹੀਂ ਹੋ ਰਹੀ, ਕਿਉਂਕਿ ਇਹਨਾਂ ਦੇ ਸਭ ਦੇ ਜਿਹੜੇ ਫੋਨ ਆ ਉਹ ਸਰਕਾਰ ਨੇ ਲੈ ਲਏ ਆ। ਪਿੱਛੇ ਜੇ ਕਹਿ ਰਹੇ ਸੀ ਵੀ ਛੱਡ ਦਿੱਤਾ ਸ਼ਾਇਦ ਅਰੈਸਟ ਤੋਂ, ਲੇਕਿਨ ਉਹ ਤੁਸੀਂ ਮੇਰੇ ਕਨਫਰਮ ਕੀਤਾ ਹੈ ਕਿ ਹਾਲੇ ਨਹੀਂ ਛੱਡਿਆ? ਨਹੀਂ, ਅਜੇ ਤੱਕ ਨਹੀਂ ਛੱਡਿਆ ਗਿਆ, ਕਿਉਂਕਿ ਉਹ ਜਾਂ ਤੇ ਅਫਵਾਹ ਸੀਗੀ ਜਾਂ ਉਹਨਾਂ ਨੇ ਕੋਈ ਲਾਈਵ ਕਿਸੇ ਸਵੇਰ ਦਾ ਕਿਸੇ ਚੈਨਲ ਤੇ ਚੱਲਿਆ ਹੋਊਗਾ, ਜਾਂ ਪਤਾ ਨਹੀਂ ਕੀ ਕਾਰਨ ਹੈਗਾ ਕਿ ਜਿਹਦੇ ਕਰਕੇ ਰੌਲਾ ਪਿਆ। ਸਿਰਫ ਉਹ ਇੱਕ ਅਫਵਾਹ ਸੀਗੀ, ਅਜੇ ਤੱਕ ਕਿਸੇ ਨੂੰ ਨਹੀਂ ਛੱਡਿਆ ਗਿਆ। ਸੋ ਇਹ ਸਨ ਮਹਿਤਾਬ ਸਿੰਘ ਸਿਰਸਾ, ਜੋ ਕਿ SKM ਸੰਯੁਕਤ ਕਿਸਾਨ ਮੋਰਚਾ ਦੇ ਇੱਕ ਜਿਹੜੇ ਹਨ ਉਹ ਮੈਂਬਰ ਹਨ। ਔਰ ਇਹਨਾਂ ਨੇ ਦੱਸਿਆ ਹੈ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਜਾਂ ਕਿਸਾਨਾਂ ਨੂੰ ਨਾ ਛੱਡਿਆ ਤਾਂ ਸਵੇਰੇ ਰੇਲਾਂ ਜਿਹੜੀਆਂ ਹਨ ਉਹਦੇ ਵੱਲ ਵੀ ਕਿਸਾਨ ਤੁਰ ਸਕਦੇ ਹਨ, ਉਹਨਾਂ ਨੂੰ ਵੀ ਰੋਕਿਆ ਜਾ ਸਕਦਾ ਹੈ। ਵੇਖਣਾ ਇਹ ਹੋਵੇਗਾ ਕਿ ਕਰਨਾਟਕਾ ਸਰਕਾਰ ਇਸ ਦੇ ਬਾਰੇ ਅਗਲਾ ਫੈਸਲਾ ਕਿੰਨੀ ਛੇਤੀ ਅਤੇ ਕੀ ਲੈਂਦੀ ਹੈ। ਕੈਮਰਾਮੈਨ ਗੁਰਦਿਆਲ ਸਿੰਘ ਦੇ ਨਾਲ ਅੰਮ੍ਰਿਤਸਰ ਤੋਂ ਪੰਜਾਬ KTV ਲਈ ਕੁਲਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ।